ਹਾਲੇਲੂਇਆ। ਅਸੀਂ ਹੋਸ਼ਿਆ ਦੀ ਪੁਸਤਕ We ਉਹਦਾ will, 4 ਬਾਬ ਦੀ 6 ਅਧ ਪੜਾਂਗੇ। we will read from book of Hosea chapter 4 verse 6. मेरे ज्ञान के ना होने से मेरी प्रजा नष्ट हो गई। ਹਾਲੇਲੂਇਆ। हालेलुया। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਮੇਰੇ ਗਿਆਨ ਨਾ ਹੋਣ ਕਰਕੇ ਮੇਰੀ ਪ੍ਰਜਾ ਨਸ਼ਟ ਹੁੰਦੀ ਹੈ। The word of God says, my people are being destroyed because they don't know me. ਅੱਜ ਜਿਹੜਾ ਗਿਆਨ ਹੈ ਦੁਨਿਆਵੀ ਗਿਆਨ ਦਾ ਕੋਈ ਅੰਤ ਨਹੀਂ ਹੈ। There is no limit to the worldly knowledge today. ਅਸੀਂ ਦੇਖਦੇ ਹਾਂ ਹੈਰਾਨ ਕਰਨ ਵਾਲੀਆਂ ਗੱਲਾਂ ਅੱਜ ਹੋ ਰਹੀਆਂ ਹਨ। There are wonderful things happening. ਕਿਉਂਕਿ ਜਿੱਦਾਂ ਅਸੀਂ ਪੁਰਾਣੇ ਸਮੇਂ ਸੁਣਦੇ ਸੀ ਵੀ ਕੰਧਾਂ ਨੂੰ ਵੀ ਕੰਨ ਹੁੰਦੇ ਆ, As we used to hear that when the walls have ਅੱਜ ears ਸਾਬਤ ਹੋ ਰਿਹਾ ਹੈ। and everything is. ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਅਸੀਂ ਇੱਕ ਡਿਵਾਈਸ ਦੇ ਕੰਟਰੋਲ ਦੇ ਵਿੱਚ ਹਾਂ। We are being controlled anywhere we go. ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਾਨੂੰ ਕੋਈ ਦੇਖਦਾ ਨਹੀਂ ਹੈ। We can't say that nobody is watching us. ਹਾਂ, ਅਸੀਂ ਅੱਗੇ ਥੋੜਾ ਜਿਹਾ ਅੱਗੇ ਚੱਲਾਂਗੇ। ਆਮੋਸ ਦੀ ਕਿਤਾਬ We'll read from the book of Amos, ਉਹਦਾ 8 ਬਾਬ ਉਹਦਾ 11-12 ਆਇਤ ਪੜਾਂਗੇ। chapter 8 and verse number 11 and 12. परमेश्वर यहोवा की ये वाणी है, ਧਿਆਨ ਨਾਲ ਸੁਣਨਾ। ਲਿਖਿਆ ਹੈ ਪਰਮੇਸ਼ਰ ਯਹੋਵਾ ਦੀ ਇਹ ਬਾਣੀ ਹੈ। देखो ऐसे दिन आते हैं जब मैं इस देश में महंगी करूंगा, उसमें ना तो अन्न की भूख और ना पानी की प्यास होगी, परंतु यहोवा के वचनों के सुनते ही भूख प्यास होगी। ਹਾਲੇਲੂਇਆ। ਹਾਲੇਲੂਇਆ। ਬੱਚਾ ਲਿਖਿਆ ਕਹਿੰਦਾ ਮੈਂ ਜਗਤ ਵਿੱਚ ਕਾਲ ਭੇਜਾਂਗਾ। ਕਹਿੰਦਾ ਅੰਨ ਦਾ ਨਹੀਂ, ਪਾਣੀ ਦਾ ਨਹੀਂ, ਖਾਣ ਪੀਣ ਦਾ ਨਹੀਂ, ਪਰ ਕਾਹਦਾ ਕਾਲ? ਬਾਣੀ ਦਾ ਕਾਲ ਹੋਏਗਾ। So it says that there will be the time which is coming that there will be famine, not of bread or water, but the famine of words of God. ਹਾਲੇਲੂਇਆ। ਤੇ ਅੱਜ ਜੇ ਦੇਖੀ ਜੇ ਨਿਗਾਹ ਮਾਰ ਕੇ ਦੇਖੋ, ਅੱਜ ਕਾਲ ਪਿਆ ਹੋਇਆ ਬਾਣੀ ਦਾ। And that's what is happening today. ਬਹੁਤ ਸਾਰੇ ਚਰਚ ਨੇ, ਮੈਗਾ ਚਰਚ ਹਨ, ਉੱਥੇ ਬਾਣੀ ਦਾ ਬਿਲਕੁਲ ਨਹੀਂ ਹੈ। There are big churches, but there is no word of God. ਉੱਥੇ ਬਰਕਤਾਂ ਦੀ ਬਰਕਤਾਂ ਬਾਰੇ ਦੱਸਿਆ ਜਾਂਦਾ ਹੈ, It talks about blessings. ਪਰ ਸਿਨ ਬਾਰੇ ਕਿਤੇ ਪਾਪ ਬਾਰੇ ਦੱਸਿਆ ਨਹੀਂ ਜਾਂਦਾ। It doesn't talk about sin, ਪਰ ਅਸੀਂ ਇਹ ਸਿੱਖਣਾ ਹੈ ਕਿ ਅਸੀਂ ਪਾਪ ਤੋਂ ਕਿਵੇਂ ਬਚਣਾ ਹੈ। but we have to learn how can we stay away from sin. ਅਸੀਂ ਜੇ ਕਹਾਵਤਾਂ ਦੀ ਕਿਤਾਬ ਚੱਲਾਂਗੇ, Let's read from the book of Proverbs, ਇੱਕ ਬਾਬ ਉਹਦੀ 29 ਤੋਂ 33 ਤੱਕ ਪੜ੍ਹੀਏ। chapter 1 verse number 29 to 33. क्योंकि उन्होंने ज्ञान से बैर किया, ਔਰ ਧਿਆਨ ਨਾਲ ਸੁਣਨਾ। ਬਚਨ ਕਹਿੰਦਾ ਹੈ ਅੱਜ ਕੱਲ੍ਹ ਦੇ ਲਈ ਬਹੁਤ ਜ਼ਰੂਰੀ ਹੈ। ਸੱਚਮੁੱਚ ਇਨਸਾਨ ਜਿਹੜਾ ਹੈ, ਯੂਥ ਹੈ, ਉਹ ਗਿਆਨ ਨਾਲ ਕੀ ਕਰਦਾ ਹੈ? ਉਹਨਾਂ ਨੂੰ ਪਸੰਦ ਨਹੀਂ ਹੈ। ਕਹਿੰਦੇ ਕਿਉਂਕਿ ਉਹਨਾਂ ਨੇ ਗਿਆਨ ਦੇ ਨਾਲ ਵੈਰ ਰੱਖਿਆ। और यहोवा का वह मानना उनको ना भाया। ਹਾਲੇਲੂਇਆ। ਹੁਣ ਚਰਚ ਵਿੱਚ ਕਿਉਂ ਨਹੀਂ ਆਉਂਦੇ? ਕਹਿੰਦੇ ਉਹਨੂੰ ਪਰਮੇਸ਼ਰ ਦਾ ਭੈ ਮੰਨਣਾ ਪਸੰਦ ਨਹੀਂ ਆ। They did not choose to fear the Lord, they hated knowledge. उन्होंने मेरी संपत्ति ना चाही, वरन मेरी ताड़ना को तुच्छ जाना। ਕਹਿੰਦੇ ਮੇਰੀ ਤਾੜਨਾ ਨੂੰ ਤੁਛ ਜਾਣਾ, ਮੇਰੀ ਗੱਲਾਂ ਨੂੰ ਪਸੰਦ ਨਹੀਂ ਆਈਆਂ ਉਹਨਾਂ ਨੂੰ। They rejected my advice. इसलिए वे अपनी करनी का फल आप भोगेंगे हालेलुया। और अपनी युक्तियों के फल में अदा जाएंगे। ਹਾਲੇਲੂਇਆ। ਕਹਿੰਦੇ ਉਹ ਆਪਣੀਆਂ ਕਰਨੀਆਂ ਦਾ ਫਲ ਆਪ ਭੋਗਣਗੇ। So they will be choking on their own schemes. ਅੱਜ ਬਹੁਤ ਸਾਰੇ ਲੋਕ ਮੁਸ਼ਕਲਾਂ ਵਿੱਚ ਹਨ। There are so many difficulties. ਉਹਦਾ ਕਾਰਨ ਕੀ ਹੈ? What is the reason? ਉਹ ਪਰਮੇਸ਼ਰ ਤੋਂ ਦੂਰ ਹਨ। They are away from God. ਉਹਨਾਂ ਨੂੰ ਬਚਨ ਦਾ ਗਿਆਨ ਨਹੀਂ ਹੈ। They do not have the knowledge of ਕੀ word. ਕਰਨਾ ਕੀ ਨਹੀਂ ਕਰਨਾ ਉਹਨੂੰ ਨਹੀਂ ਪਤਾ They ਹੈ। don't know what is right. ਅਸੀਂ ਕਹਾਵਤਾਂ ਦੀ ਕਿਤਾਬ ਜਾਵਾਂਗੇ, ਉਹਦਾ 9 ਬਾਬ 10 ਪੜ੍ਹੀਏ। यहोवा का पैर बुद्ध दा मुंड है, ਧਿਆਨ ਨਾਲ ਸੁਣੋ। ਕਹਿੰਦਾ ਯਹੋਵਾ ਦਾ ਭੈ ਬੁੱਧ ਦਾ ਮੁੱਢ ਹੈ। Fear of the Lord is the foundation of wisdom. ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। ਹਾਲੇਲੂਇਆ। ਕਹਿੰਦੇ ਪਵਿੱਤਰ ਪੁਰਖ ਦਾ ਗਿਆਨ ਹੀ। ਅੱਜ ਦੂਸਰੇ ਦੁਨਿਆਵੀ ਗਿਆਨ ਦੀ ਬਹੁਤ ਪਰਮਾਰ ਹੈ। People are talking about worldly knowledge today. ਅਸੀਂ ਫੋਨ ਖੋਲੀਏ ਸਭ ਕੁਝ ਉੱਤੇ ਉਪਲਬਧ ਹੈ। If we open our phone, we can find anything in that. ਪਰਮੇਸ਼ਰ ਦਾ ਬਚਨ ਜਿਹੜਾ ਬੋਲਿਆ ਜਾਂਦਾ ਹੈ ਤੇ ਉਹਦਾ ਨਜ਼ਾਰਾ ਹੀ ਕੁਝ ਹੋਰ। But the knowledge which comes from the word of God, that is a different kind of knowledge.
ਉਹ ਜੀਵਨ ਬਦਲਦਾ ਹੈ। It changes life. ਹਾਲੇਲੂਇਆ। Hallelujah. ਅਸੀਂ ਕਈ ਵਾਰ ਸੋਚਦੇ ਹਾਂ ਬੜੇ ਬੜੇ ਅਸੀਂ ਗੁਨਾਹ ਨੇ, ਅਸੀਂ ਗੁਨਾਹ ਨਹੀਂ ਕਰਦੇ, ਪਰ ਜੇ ਅਸੀਂ ਸ਼੍ਰੇਸ਼ਟ ਗੀਤ ਉਹਦਾ 2 ਬਾਬ ਉਹਦੀ 15 ਚ ਚੱਲੀਏ। Songs of Solomon chapter 2 verse 15. ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਪੜੋ। ਹਾਲੇਲੂਇਆ। ਬਚਨ ਕੀ ਕਹਿੰਦਾ ਹੈ? ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ। Catch all the foxes, those little foxes, ਜੋ ਅੰਗੂਰੀ ਬਾਗ ਨੂੰ ਖਰਾਬ ਕਰਦੀਆਂ ਹਨ। ਜੋ ਅੰਗੂਰੀ ਬਾਗ ਨੂੰ ਕੀ ਕਰਦੀਆਂ ਹਨ? ਖਰਾਬ ਕਰਦੀਆਂ ਹਨ। before they ruin the vineyard of love. ਹੁਣ ਜੇ ਧਿਆਨ ਨਾਲ ਕਰੀਏ ਅਸੀਂ ਛੋਟੀਆਂ ਲੂੰਬੜੀਆਂ ਨੂੰ ਅਸੀਂ ਇਗਨੋਰ ਕਰਦੇ ਹਾਂ। ਛੋਟੀਆਂ ਲੂੰਬੜੀਆਂ ਕੀ ਹੈ? ਛੋਟੇ ਪਾਪ ਹਨ। ਅਸੀਂ ਕਹਿੰਦੇ ਕੋਈ ਵੱਡਾ ਪਾਪ ਨਹੀਂ ਕੀਤਾ, ਬਸ ਸਿਗਰਟ ਹੀ ਪੀਤੀ ਹੈ। These small foxes are small sins, and sometimes we ignore these small sins. ਜਾਂ ਅਸੀਂ ਜਨਾਹ ਨਹੀਂ ਕੀਤਾ, ਪਰ ਅਸੀਂ ਸ਼ਰਾਬ ਹੀ ਪੀਤੀ ਹੈ। We think that I've just had some alcohol, I did not do any fornication. ਜਾਂ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਮਜ਼ਾਕ ਹੀ ਕੀਤਾ ਹੈ। I was just having some fun with my friends. ਪਰ ਇਹ ਛੋਟੀਆਂ ਲੂੰਬੜੀਆਂ ਹਨ। But these are the small foxes, ਇਹ ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਹਨ। and they can ruin our ਅਸੀਂ life. ਧਿਆਨ ਕਰਨਾ ਹੈ। We have to be careful. ਸਾਡੇ ਅੰਦਰ ਇਹ ਛੋਟੀਆਂ ਲੂੰਬੜੀਆਂ ਤਾਂ ਨਹੀਂ ਹੈ। So if there are any small foxes in our lives, ਲੂੰਬੜੀ ਦੀ ਆਦਤ ਕੀ ਹੈ? what is the habit of a fox? ਜਿਹੜੀ ਲੂੰਬੜੀ ਆ ਉਹ ਜਿਹੜਾ ਪੇੜ ਹੁੰਦਾ ਹੈ ਉਹਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੰਦੀਆਂ ਹਨ। And a fox tries to ruin the roots of a tree. ਜਦੋਂ ਜੜ੍ਹਾਂ ਖਰਾਬ ਹੁੰਦੀਆਂ ਹਨ ਤੇ ਰੁੱਖ ਜਿਹੜੇ ਆ ਸੁੱਕ ਜਾਂਦੇ ਹਨ। When the root is ruined, the tree will dry. ਛੋਟੀਆਂ ਲੂੰਬੜੀਆਂ ਚੁਗਲੀਆਂ ਕਰਨੀਆਂ ਵੀ ਇੱਕ ਲੂੰਬੜੀਆਂ ਹਨ। And even talking about someone on their back is a small fox. ਗਾਲਾਂ ਕੱਢਣੀਆਂ ਵੀ ਲੂੰਬੜੀਆਂ ਹਨ। Saying bad things about others is a fox. ਪਰ ਇਹ ਜਿਹੜੀਆਂ ਛੋਟੀਆਂ ਲੂੰਬੜੀਆਂ ਹਨ ਇਹ ਸਾਡੇ ਜੀਵਨ ਨੂੰ ਕੀ ਕਰਦੀਆਂ ਹਨ? ਬਰਬਾਦ ਕਰ ਦਿੰਦੀਆਂ। But these small foxes ruin our life. ਸਵਰਗ ਜਾਣ ਤੋਂ ਰੋਕ ਦੇਣਗੀਆਂ। They can stop us from going to heaven. ਇਸੇ ਕਰਕੇ ਉਪਦੇਸ਼ਕ ਲਿਖਦਾ ਹੈ ਵੱਡੀਆਂ ਲੂੰਬੜੀਆਂ ਵੀ ਫੜਨੀਆਂ ਹੈ ਤੇ ਛੋਟੀਆਂ ਵੀ ਫੜਨੀਆਂ। That's why it says, catch all the foxes, the little foxes as well. ਪ੍ਰਭੂ ਯਿਸੂ ਮਸੀਹ ਪੜਾਂਗੇ ਨਹੀਂ ਮਤੀ 23 ਵਿੱਚ ਲਿਖਦੇ ਹਨ ਸੌਂਪ ਜਿਹਨਾਂ ਨੂੰ ਪੁਣਨ ਦੇ ਤੇ ਊਠ ਨੂੰ ਨਿਕਲ ਜਾਂਦੇ ਹਨ। And in Matthew, Jesus Christ says that they swallow the camel. ਔਰ ਇਹ ਕੀ ਹੈ ਕਿ ਅਸੀਂ ਕਈ ਵਾਰੀ ਕਹਿੰਦੇ ਨਹੀਂ ਇਹ ਕੋਈ ਵੱਡਾ ਪਾਪ ਨਹੀਂ ਹੈ। And we just say, no, this is not a big sin. ਔਰ ਮੈਂ ਇੱਕ ਛੋਟੀ ਜਿਹੀ ਕਹਾਣੀ ਇੱਕ ਸੁਣੀ ਸੀਗੀ। I had heard a small story. ਕਿਸੇ ਨੇ ਵੁੱਡ ਪਿੱਕਰ ਦੇਖਿਆ? ਵੁੱਡ ਪਿੱਕਰ Have you seen the woodpecker? ਬਹੁਤ ਸੁੰਦਰ ਪੰਛੀ ਹੁੰਦਾ, It's a beautiful bird. ਬਹੁਤ ਕਲਰਫੁਲ ਹੁੰਦਾ। It's very colorful. ਔਰ ਉਹ ਕਹਾਣੀ ਸੀ ਵੀ ਇੱਕ ਵਾਰੀ ਇੱਕ ਮਲਾਹ ਸੀ ਬੇੜੀ ਚਲਾਉਣ ਵਾਲਾ। And there was a person who was driving the boat. ਉਹ ਬੇੜੀ ਲੈ ਕੇ ਹਰ ਰੋਜ਼ ਦਰਿਆ ਪਾਰ ਕਰਦਾ ਸੀ। He used to cross river through the boat every day. ਪਰ ਇੱਕ ਦਿਨ ਉਸ ਨੂੰ ਵੁੱਡ ਪਿੱਕਰ ਦਾ ਛੋਟਾ ਜਿਹਾ ਬੱਚਾ ਮਿਲਿਆ। And then he found a small baby, the woodpecker baby. ਉਹਨੂੰ ਬਹੁਤ ਸੋਹਣਾ ਲੱਗਾ And he found it very beautiful. ਔਰ ਦਿਲ ਆਨੰਦ ਹੋ ਗਿਆ ਉਹਨੂੰ ਦੇਖ ਕੇ। And he was so happy to see that. ਉਹਨੇ ਉਸ ਵੁੱਡ ਪਿੱਕਰ ਨੂੰ ਚੁੱਕ ਕੇ ਆਪਣੀ ਬੇੜੀ 'ਚ ਰੱਖ ਲਿਆ। And he picked that woodpecker up and put it in his boat. ਔਰ ਉਹਦੇ ਉੱਪਰ ਇੱਕ ਪਿੰਜਰਾ ਜਿਹਾ ਰੱਖ ਦਿੱਤਾ And put a cage on that. ਤੇ ਉਹਨੂੰ ਫੀਡ ਕਰਨ ਲੱਗ ਪਿਆ, ਖਾਣਾ ਖਿਲਾਉਣਾ ਉਹਨੂੰ ਬੜਾ ਉਹਨਾਂ ਪਿਆਰ ਕਰਦਾ। And he started loving him and feeding him. ਪਰ ਇੱਕ ਦਿਨ ਸਵਾਰੀਆਂ ਸਭ ਨੇ ਕਿਹਾ ਵੀ ਇਹ ਜਿਹੜਾ ਪੰਛੀ ਹੈ ਠੀਕ ਨਹੀਂ, ਉਹ ਪੰਛੀ ਵਧਣ ਲੱਗ ਪਿਆ, ਵੱਡਾ ਹੋਣ ਲੱਗ ਪਿਆ। And the bird started growing in size. ਪਰ ਉਹਨੂੰ ਕੁਝ ਖਬਰ ਨਹੀਂ, ਮਲਾਹ ਨੂੰ ਕੋਈ ਖਬਰ ਨਹੀਂ। And then the person did not know anything. ਕੁਝ ਲੋਕਾਂ ਨੇ ਉਹਨੂੰ ਕਿਹਾ ਇਹ ਵੁੱਡ ਪਿੱਕਰ ਹੈ, ਇਹ ਤੇਰੀ ਬੇੜੀ ਵਿੱਚ ਸ਼ੇਕ ਕਰ ਦੇਵੇਗਾ। People told him, this is a woodpecker, it can make a hole in your boat. ਉਹਨੇ ਧਿਆਨ ਨਹੀਂ ਕੀਤਾ। But he did not pay any ਹੌਲੀ attention. ਹੌਲੀ ਉਹ ਵੁੱਡ ਪਿੱਕਰ ਨੇ ਆਪਣੀ ਚੁੰਝ ਨਾਲ ਉਹਨੂੰ ਬੇੜੀ ਲੱਕੜ ਦੀ ਬੇੜੀ ਹੁੰਦੀ ਆ ਉਹਦੇ ਵਿੱਚ ਸ਼ੇਕ ਕਰਨਾ ਸ਼ੁਰੂ ਕਰ ਦਿੱਤਾ। And then slowly the woodpecker started making a hole in the boat. ਪਰ ਉਹਨੇ ਉਹ ਵਾਰਨਿੰਗ ਲੋਕਾਂ ਦੀਆਂ ਨੂੰ ਇਗਨੋਰ ਕਰ ਦਿੱਤਾ। He ignored the warnings he had received. ਪਰ ਇੱਕ ਦਿਨ ਕੀ ਹੋਇਆ, And one day, ਉਹ ਜਦੋਂ ਬੇੜੀ ਜਾ ਰਹੇ ਸੀ ਸਵਾਰੀਆਂ ਨੂੰ ਲੈ ਕੇ ਤੇ ਉਹ ਅੱਧ ਵਿਚਕਾਰ ਨਦੀ ਦੇ ਗਈ। and they were riding the boat, there were passengers in the boat, they were in the middle. ਉਸ ਵੁੱਡ ਪਿੱਕਰ ਨੇ ਆਖਰੀ ਉਹਦਾ ਚੁੰਝ ਮਾਰੀ And then the woodpecker did his last thing. ਤੇ ਉਹ ਬੇੜੀ ਵਿੱਚ ਸ਼ੇਕ ਹੋ ਗਿਆ। And there was a hole in the boat.
ਬੇੜੀ ਪਾਣੀ ਨਾਲ ਭਰਨ ਲੱਗ ਗਈ and the boat started to fill with water, ਔਰ ਅੱਧ ਵਿਚਕਾਰ ਸੀ, ਨਾ ਉਧਰ ਜਾਣ ਜੋਗਾ ਨਾ ਵਾਪਸ ਜਾਣ ਜੋਗਾ। and they had no way to escape. ਉਹ ਲੋਕਾਂ ਨੂੰ ਆਵਾਜ਼ਾਂ ਮਾਰਦਾ ਰੋਂਦਾ, ਮੈਨੂੰ ਬਚਾਓ, And then he started yelling, "Save ਪਰ us!" ਕੋਈ ਵੀ ਬਚਾਉਣ ਵਾਲਾ ਨਹੀਂ ਸੀ। There was no one to save them, ਉਹ ਬੇੜੀ ਡੁੱਬ ਗਈ। and the boat drowned. ਇਹ ਛੋਟੇ ਛੋਟੇ ਪਾਪ ਸਾਡੀ ਜ਼ਿੰਦਗੀ ਨੂੰ ਡੋਬ ਦੇਣਗੇ। And these small sins can drown us. ਇਸ ਲਈ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। And then we have to be careful. 1 ਕਰੰਥੀਆਂ 1 Corinthians 15 ਬਾਬ chapter 15, 33 ਤੋਂ 34 ਆਇਤ ਤੱਕ ਪੜ੍ਹੀਏ। 33 and 34. ਧੋਖਾ ਨਾ ਖਾਓ, ਹੁਣ ਬੱਚੇ ਕਹਿੰਦੇ ਧੋਖਾ ਨਾ ਖਾਓ। Don't be fooled. ਬੁਰੀਆਂ ਸੰਗਤਾਂ ਚੰਗੀਆਂ ਚੱਲਣਾ ਨੂੰ ਵਿਗਾੜ ਦਿੰਦੀਆਂ ਹਨ। ਕਹਿੰਦਾ ਬੁਰੀਆਂ ਸੰਗਤਾਂ ਚੰਗੀਆਂ ਚਾਲ ਚੱਲਣ ਨੂੰ ਵਿਗਾੜ ਦਿੰਦੀਆਂ ਹਨ। Bad company corrupts good character. ਤੁਸੀਂ ਧਰਮ ਲਈ ਸੁਰਤ ਸੰਭਾਲੋ, ਤੁਸੀਂ ਧਰਮ ਲਈ ਸੁਰਤ ਸੰਭਾਲੋ Think carefully what is right ਅਤੇ ਪਾਪ ਨਾ ਕਰੋ, ਅਤੇ ਪਾਪ ਨਾ ਕਰੋ। and stop sinning. ਕਿਉਂ ਜੋ ਕਈਆਂ ਨੂੰ ਪਰਮੇਸ਼ਰ ਦਾ ਗਿਆਨ ਨਹੀਂ। ਹਾਲੇਲੂਇਆ। ਕਹਿੰਦਾ ਕਈਆਂ ਨੂੰ ਪਰਮੇਸ਼ਰ ਦਾ ਹੁਣ ਦੇਖੋ ਅਸੀਂ ਕਹਿੰਦੇ ਨਹੀਂ ਕੋਈ ਗੱਲ ਨਹੀਂ, ਸਾਡੇ ਯਾਰ ਦੋਸਤ ਨਾਲ ਨਾਰਾਜ਼ ਹੋਣ, ਸਹੇਲੀ ਨਾਲ ਨਾਰਾਜ਼ ਹੋ ਜਾਵੇ, ਉਹ ਅਸੀਂ ਕਹਿੰਦੇ ਸ਼ਰਾਬ ਪੀਂਦੇ, ਉਹ ਕਹਿੰਦੇ ਚੱਲ ਤੂੰ ਸ਼ਰਾਬ ਨਾ ਪੀ, ਤੂੰ ਸਾਡੇ ਨਾਲ ਬੈਠ ਜਾ। Sometimes we just don't want to upset our friends and we just be apart. ਅਸੀਂ ਕਹਿੰਦੇ ਕੋਈ ਗੱਲ ਨਹੀਂ, ਠੀਕ ਹੈ, ਅਸੀਂ ਜਾਂਦੇ ਉਹਨਾਂ ਨਾਲ, And we are like, okay, that's ਪਰ fine. ਬਚਨ ਕਹਿੰਦਾ ਬੁਰੀ ਸੰਗਤ ਚੰਗੇ ਚਾਲ ਚੱਲਣ ਨੂੰ ਵਿਗਾੜ ਦੇ। But the word says bad company corrupts the good character. ਹਾਲੇਲੂਇਆ। Hallelujah. ਇਸ ਖਬਰ ਦਾ ਕਹਿੰਦਾ ਖਬਰਦਾਰ ਰਹੋ। Just be careful. ਯਹੋਵਾ ਪਰਮੇਸ਼ਰ ਦਾ ਡਰ ਰੱਖੋ ਆਪਣੀ ਜ਼ਿੰਦਗੀ ਵਿੱਚ। Have the fear of Lord in your lives. ਔਰ ਜੇ ਅਸੀਂ ਜ਼ਬੂਰ ਇੱਕ ਪੜਾਂਗੇ, क्या ही धन्य है वह पुरुष जो दुष्टों की युक्ति पर नहीं चलता। हम ਧਿਆਨ ਨਾਲ ਸੁਣਨਾ ਲਿਖਿਆ ਹੈ, ਕਹਿੰਦਾ ਧੰਨ ਹੈ ਉਹ ਪੁਰਖ ਜਿਹੜਾ ਦੁਸ਼ਟਾਂ ਦੀ ਜੁਗਤੀ ਤੇ ਨਹੀਂ ਚੱਲਦਾ। Blessed is the person who do not follow the advice of wicked. ना ही पापियों के मार्ग में खड़ा होता। ਧਿਆਨ ਨਾਲ ਸੁਣਨਾ। ਅਸੀਂ ਕਹਿੰਦੇ ਕੋਈ ਗੱਲ ਨਹੀਂ, ਘੰਟਾ ਕੇ ਆਪਣੇ ਯਾਰਾਂ ਦੋਸਤਾਂ ਨਾਲ ਬੈਠ ਕੇ ਹੀ ਹੋਣਾ, ਤੇ ਬਚਨ ਕੀ ਕਹਿੰਦਾ ਪਾਪੀਆਂ ਦੇ ਨਾਲ ਖੜਾ ਵੀ ਨਹੀਂ ਹੋਣਾ। Nor stands around the sinners. और ना ठट्ठा करने वालों की मंडली में बैठता है। ਹਾਲੇ ਇੱਥੇ ਅਸੀਂ ਬਹੁਤ ਸਾਰੇ ਲੋਕ ਫਸ ਜਾਂਦੇ ਆ, ਠੱਠਾ ਕਰਨੇ ਵਾਲੀ ਮੰਡਲੀ ਵਿੱਚ ਵੀ ਨਹੀਂ ਬਹਿਣਾ ਬਚਨ। Or neither does he join in with the mockers. ਪਰ ਅਸੀਂ ਜਦੋਂ ਯਾਰ ਦੋਸਤ ਜਾਂ ਫਰੈਂਡਸ ਇਕੱਠੇ ਹੁੰਦੇ ਆ, ਅਸੀਂ ਬਹੁਤ ਮਜ਼ਾਕ ਕਰਦੇ ਆ। And when we get together with our friends, we mock each other so much. ਗਲਤ ਜਿਹੜੀਆਂ ਗੱਲਾਂ ਬਹੁਤ ਕਰਦੇ ਆ, ਫਿਰ ਹੱਸਦੇ ਆ। And we laugh on the wrong things. ਇਹ ਸਾਨੂੰ ਬਰਬਾਦ ਕਰ ਦੇਣਗੀਆਂ। These are ruining us. ਹਾਂਜੀ ਅੱਗੇ। परंतु वह तो यहोवा की व्यवस्था से प्रसन्न रहता और उसकी व्यवस्था पर रात दिन ध्यान करता है। ਪਰ ਬਚਨ ਕਹਿੰਦਾ ਹੈ, ਦੋਵੇਂ ਕਹਿੰਦਾ ਪਰ ਮੈਂ, ਇਹ ਕਿਉਂ ਨਹੀਂ ਲਿਖਿਆ? ਕਿਉਂਕਿ ਪਹਿਲਾਂ ਉਹ ਡਿੱਗ ਚੁੱਕਾ ਹੈ ਦਾਊਦ। Why did he write it down? Because he already had fallen once. ਆਪਾਂ ਜਾਣਦੇ ਹਾਂ ਉਹਦੇ ਜੀਵਨ ਬਾਰੇ, We know about his life. ਕਿਉਂਕਿ ਉਸਨੇ ਜਦੋਂ ਰਾਜਾ ਸੀ, When he was a king, ਉਹਨੇ ਆਪਣੇ ਇੱਕ ਜਿਹੜਾ ਉਹਦਾ ਸੈਨਿਕ ਸੀ, ਉਹਨੂੰ ਮਰਵਾ ਕੇ ਉਹਦੀ ਘਰਵਾਲੀ ਨਾਲ ਵਿਆਹ ਕਰ ਲਿਆ। he got someone in his army killed and married his wife. ਔਰ ਲੋਕਾਂ ਨੂੰ ਸ਼ੋਅ ਕੀਤਾ ਕਿ ਮੈਂ ਬਹੁਤ ਵੱਡੀ ਦਇਆ ਕੀਤੀ ਹੈ। And then he showed people that I just had mercy on her. ਪਰ ਪਰਮੇਸ਼ਰ ਦੇਖਦਾ ਹੈ, But God is watching. ਉਹ ਸਾਡੇ ਦਿਲਾਂ ਨੂੰ ਜਾਣਦਾ ਹੈ, He knows our hearts. ਸਾਡੀ ਇੱਕ ਇੱਕ ਗੱਲ ਨੂੰ ਜਾਣਦਾ ਹੈ। He knows everything. ਆਪਾਂ ਜਾਣਦੇ ਹਾਂ ਇੱਕ ਨਬੀ ਸੀ ਉੱਥੇ, ਨਥਾਨ ਨਬੀ। We know about Prophet Nathan. ਪਰਮੇਸ਼ਰ ਨੇ ਨਥਾਨ ਨਬੀ ਨਾਲ ਗੱਲ ਕੀਤੀ, God spoke to Prophet Nathan ਉਹਨੇ ਉਹਨੂੰ ਸਾਰੀ ਵਾਰਤਾ ਦੱਸੀ, and told everything to him. ਔਰ ਉਹਨੂੰ ਆਖਿਆ ਜਾ ਕੇ ਰਾਜੇ ਨੂੰ ਉਹਦੀ ਚੇਤਾਵਨੀ ਦੇ। And God told Nathan, go to David and warn him. ਔਰ ਜਦੋਂ ਨਥਾਨ ਆਪਾਂ ਜਾਣਦੇ ਹਾਂ ਉਹਦੇ ਕੋਲ ਗਿਆ, ਉਹਨੇ ਕਹਾਣੀ ਸੁਣਾਈ। And Nathan went to King David and he told him a story. ਨਥਾਨ ਨੇ ਕਿਹਾ ਕਿ ਰਾਜਾ ਨਿਆਂ ਕਰ। And he said, you are the judge. ਉਹਨੇ ਕਹਿੰਦਾ ਇੱਕ ਬਹੁਤ ਵੱਡਾ ਅਮੀਰ ਬੰਦਾ ਸੀ, And he said, there was a rich man ਉਹਦੇ ਘਰ ਗੈਸਟ ਆਏ, and there were some guests at his ਉਹਦੇ place. ਗਵਾਂਢ ਵਿੱਚ ਇੱਕ ਛੋਟਾ ਜਿਹਾ ਗਰੀਬ ਆਦਮੀ ਰਹਿੰਦਾ ਸੀ, And there was a poor man in his neighborhood. ਉਹਦੇ ਕੋਲ ਇੱਕ ਛੋਟੀ ਜਿਹੀ ਲੇਲੀ ਸੀ। And they had a small lamb. ਉਹਨੇ ਆਪਣੇ ਪਸ਼ੂਆਂ ਵਿੱਚੋਂ ਨਹੀਂ ਉਹਨੂੰ ਵੱਢਿਆ,
And he did not take from his own ਪਰ animals. ਉਸ ਗਰੀਬ ਲੇਲੀ ਨੂੰ ਲੈ ਕੇ ਮਾਰ ਕੇ ਉਹਦਾ ਮੀਟ ਬਣਾ ਕੇ ਆਪਣੇ ਦੋਸਤਾਂ ਨੂੰ ਜਿਹੜੇ ਆਏ ਸੀ ਗੈਸਟਾਂ ਨੂੰ ਖਿਲਾਤਾ। And he killed the lamb from the poor person and fed his friends. ਰਾਜਾ ਨਿਆਂ ਕਰ And you judge him. ਤੇ ਲਿਖਿਆ ਹੈ ਬਚਨ ਵਿੱਚ Word says, ਰਾਜਾ ਕਹਿ ਰਿਹਾ ਹੈ ਦਾਊਦ ਕਹਿੰਦਾ ਉਹ ਤਾਂ ਮਾਰਨ ਦੇ ਯੋਗ ਹੈ। then David said that person should be killed. ਪਰ ਨਥਾਨ ਕਹਿੰਦਾ ਉਹ ਕਹਿੰਦੇ ਕੌਣ ਹੈ ਉਹ ਕਹਿੰਦਾ ਤੂੰ ਹੀ ਹੈ। And when David said, who is that? Nathan said, you are the one. ਤੂੰ ਉਰੀਆ ਦੀ ਪਤਨੀ ਆਪਣੇ ਨੌਕਰ ਦੀ ਪਤਨੀ ਨੌਕਰ ਨੂੰ ਫੌਜ 'ਚ ਭੇਜ ਕੇ ਮਰਵਾਤਾ ਤੇ ਤੁਸੀਂ ਉਹਨਾਂ ਨਾਲ ਵਿਆਹ ਕਰ ਲਿਆ। It is you killed your servant. ਉਹਨੂੰ ਇਹ ਪਤਾ ਲੱਗਾ When he knew that, ਰਾਜਾ ਡਰ ਗਿਆ he was so scared ਉਹ ਰੋਣ ਲੱਗ ਗਿਆ and he was crying ਪਰਮੇਸ਼ਰ ਦੇਖ ਰਿਹਾ ਸੀ ਮੈਨੂੰ and he was like, God had ਦੁਨੀਆ ਨਾ watched me. ਦੇਖੇ, ਦੁਨੀਆ ਬੇਸ਼ੱਕ ਨਾ ਦੇਖੇ Even if the world is not ਅਸੀਂ watching, ਜਿੰਨਾ ਮਰਜ਼ੀ ਛੁਪ ਕੇ ਪਾਪ ਕਰੀਏ whatever you do, ਪਰ ਪਰਮੇਸ਼ਰ ਦੇਖਦਾ ਹੈ। God is watching you. ਔਰ ਉੱਥੇ ਨਥਾਨ ਨੇ ਉਹਨੂੰ ਆਖਿਆ ਕਹਿੰਦਾ ਦਾਊਦ ਜਿਹੜਾ ਬੱਚਾ ਇਹ ਗਰਭ 'ਚ ਹੈ ਉਹ ਮਰ ਜਾਵੇਗਾ। And Nathan told David that the child which he has conceived will die. And then ਜਦੋਂ ਇਹ ਗੱਲ ਵਾਰਤਾ ਹੋਈ ਤੇ ਦਾਊਦ ਬਹੁਤ ਰੋਇਆ। and David cried. ਇੱਕ ਦਿਨ ਬੱਚਾ ਬਿਮਾਰ ਹੋ ਗਿਆ And the child was ਬਹੁਤ sick, ਜ਼ਿਆਦਾ ਬਿਮਾਰ ਹੋ ਗਿਆ। was very sick. ਬਚਨ ਕਹਿੰਦਾ ਹੈ ਦਾਊਦ ਨੇ ਬਹੁਤ ਰੋ ਕੇ ਲੰਮਾ ਪੈ ਕੇ ਪ੍ਰਾਰਥਨਾ ਕੀਤੀ। And word says David prayed to Lord for this. ਉਹਨੇ ਆਪਣੇ ਰਾਜਸ਼ਾਹੀ ਬਸਤਰ ਉਤਾਰ ਦਿੱਤੇ He removed his royal attire. ਔਰ ਖਾਣਾ ਛੱਡ ਦਿੱਤਾ He stopped eating ਔਰ ਲੰਮਾ ਪੈ ਕੇ ਰੋ ਪ੍ਰਾਰਥਨਾ ਕਰਦਾ and he was just on the floor and crying and praying. ਬਚਨ ਦੱਸਦਾ ਹੈ And the word says, ਉਹਦੇ ਨੌਕਰ ਆਂਦੇ ਸੀ ਕਹਿੰਦੇ ਰਾਜਾ ਕੁਝ ਖਾ ਲਾ। and the servants were like, King, please eat ਮੈਂ something. ਨਹੀਂ ਖਾਣਾ। And he said, I am not going to eat. ਬੱਚਾ ਬਚਣਾ ਚਾਹੀਦਾ ਹੈ। I want my baby, my child to be saved. ਪਰਮੇਸ਼ਰ ਨਿਆਈ ਪਰਮੇਸ਼ਰ ਹੈ। But God is a good judge. ਬਚਨ 'ਚ ਲਿਖਿਆ ਹੈ The word says, ਇੱਕ ਦਿਨ ਬੱਚਾ ਮਰ ਗਿਆ। and the child died. ਜਦੋਂ ਬੱਚਾ ਮਰ ਗਿਆ When the child ਤੇ died, ਨੌਕਰ ਆਏ the servants came. ਚੁੱਪ ਕਰਕੇ ਖੜੇ ਹੋ ਗਏ They were just standing there, ਕੁਝ ਬੋਲਦੇ ਨਹੀਂ। didn't say ਦਾਊਦ anything. ਕਹਿੰਦਾ ਕੀ ਹੋਇਆ? What David said, what happened? ਕਹਿੰਦਾ ਬੱਚਾ ਮਰ ਗਿਆ। They said the child died. ਉਹ ਡਰਦੇ ਸੀ ਵੀ ਇਹ ਜਦੋਂ ਜੀਦਾ ਸੀ ਉਦੋਂ ਇਹਨੇ ਹਾਲਾਤ ਨੇ ਆਪਣੇ ਮਾੜੇ ਕੀਤੇ ਹੁਣ ਕੀ ਕਰੇਗਾ। And they were so worried about David. ਪਰ ਉਹ ਕਹਿੰਦਾ ਸੱਚ ਦੱਸੋ। And he was like, tell me the truth. ਉਹ ਕਹਿੰਦੇ ਹਾਂ ਮਹਾਰਾਜ ਬੱਚਾ ਮਰ ਗਿਆ। And they said, yes, the child has died. ਬਚਨ 'ਚ ਲਿਖਿਆ ਹੈ ਦਾਊਦ ਧਰਤੀ ਤੋਂ ਉੱਠਿਆ And the word says David got up from the floor, ਉਹ ਨਹਾਇਆ ਧੋਇਆ had a bath, ਔਰ ਉਹਨੂੰ ਕਹਿੰਦਾ ਰੋਟੀ ਲੈ ਕੇ ਆਓ ਵਧੀਆ। and told his servants to bring food. ਤੇ ਜਿਹੜੇ ਨੌਕਰ ਸੀ ਹੈਰਾਨ ਹੋਏ The servants were so amazed. ਤੇ ਉਹ ਕਹਿੰਦੇ ਜਦੋਂ ਬੱਚਾ ਬਿਮਾਰ ਸੀ ਉਦੋਂ ਇਹ ਰੋਂਦਾ ਸੀ ਰੋਟੀ ਖਾਂਦਾ ਨਹੀਂ ਸੀ ਹੁਣ ਇਹ ਬੱਚਾ ਮਰ ਗਿਆ ਤੇ ਕਹਿੰਦੇ ਰੋਟੀ ਲਿਓ। And they were like, when the child was sick, he wasn't eating anything. Now the child is dead. ਬਚਨ 'ਚ ਲਿਖਿਆ ਹੈ The word says, ਦਾਊਦ ਨੇ ਕਿਹਾ David said, ਕਿ ਹੁਣ ਬੱਚਾ ਵਾਪਸ ਨਹੀਂ ਆਵੇਗਾ। the child will not come back now. ਅਸੀਂ ਉਹਦੇ ਕੋਲ ਜਾਣਾ ਹੈ ਮੈਂ ਉਹਦੇ ਕੋਲ ਜਾਵਾਂਗਾ। We will go to him. ਪਰ ਉਸ ਤੋਂ ਬਾਅਦ ਲਿਖਿਆ ਹੈ ਦਾਊਦ ਨੇ ਕੋਈ ਗੁਨਾਹ ਨਹੀਂ ਕੀਤਾ। And David did not sin after that. ਪਰ ਅਸੀਂ ਲੋਕ ਬਾਰ-ਬਾਰ ਪਾਪ ਕਰਦੇ ਹਾਂ But we keep sinning. ਫਿਰ ਮਾਫੀ ਮੰਗਦੇ ਹਾਂ Then we ask for forgiveness, ਫਿਰ ਪਾਪ ਕਰਦੇ ਹਾਂ sin again. ਪਰ ਸਾਨੂੰ ਖੌਫ ਨਹੀਂ ਹੈ। We do not fear ਇੱਕ God. ਦਿਨ ਅਸੀਂ ਨਿਆਂ ਦੇ ਸਾਹਮਣੇ ਖੜਾ ਹੋਣਾ। One day we have to stand before the judgment seat. ਉੱਥੇ ਕੋਈ ਰਿਸ਼ਵਤ ਨਹੀਂ ਚੱਲਣੀ। And there is not going to be any bribing. ਤੇ ਕੰਮ ਨਾਲ ਜਾਣੇ ਹੈ। The works we do will go with ਜੋ us. ਅਸੀਂ ਕਰ ਰਹੇ ਹਾਂ ਉਹਦਾ ਦੇਖਾ ਹੋਣਾ ਹੈ। Whatever we do will be judged. ਹਾਲੇਲੂਇਆ। Hallelujah. ਰੋਮੀਆਂ ਦੀ ਪਤਰੀ 12 ਬਾਪ ਉਹਦੀ 1 ਤੋਂ 2 ਐਤ ਪੜਾਂਗੇ। Book of Romans chapter 12 verse number 1 and 2. ਸੋ ਹੇ ਭਰਾਵੋ ਮੈਂ ਪਰਮੇਸ਼ਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਧਿਆਨ ਨਾਲ ਸੁਣਨਾ। ਭਈ ਤੁਸੀਂ ਪੌਲਸ ਲਿਖਦਾ ਹੈ ਹੇ ਭਰਾਵੋ ਮੈਂ ਪਰਮੇਸ਼ਰ ਦੀਆਂ ਰਹਿਮਤਾਂ ਦੇ ਕਾਰਨ ਤੁਹਾਡੇ ਅੱਗੇ ਕੀ ਕਰਦਾ ਹਾਂ ਬੇਨਤੀ ਕਰਦਾ ਹਾਂ। Dear brothers and sisters, I plead with you to give your bodies. ਹਾਂਜੀ ਭਈ ਤੁਸੀਂ ਆਪਣੀ ਦੇਹਾਂ ਨੂੰ ਜਿਉਂਦੇ ਅਤੇ ਪਵਿੱਤਰ
ਅਤੇ ਪਰਮੇਸ਼ਰ ਨੂੰ ਪਾਉਂਦਾ ਬਲੀਦਾਨ ਕਰਕੇ ਚੜਾਓ। ਹੁਣ ਧਿਆਨ ਨਾਲ ਸੁਣਨਾ, ਬਚਨ ਕੀ ਕਹਿੰਦਾ ਹੈ? ਆਪਣੀਆਂ ਦੇਹੀਆਂ ਨੂੰ, ਇਹ ਸਰੀਰ ਨੂੰ ਪਵਿੱਤਰ ਪਰਮੇਸ਼ਰ ਨੂੰ ਪਾਉਂਦਾ ਇੱਕ ਤਾਂ ਥਰਡ ਕੀ ਹੈ? ਬਲੀਦਾਨ ਕਰਕੇ ਚੜਾਓ। Let your bodies be a living and holy sacrifice to God. ਹਾਂਜੀ ਅੱਗੇ ਇਹ ਤੁਹਾਡੀ ਰੂਹਾਨੀ ਬੰਦਗੀ ਹੈ। ਕਹਿੰਦਾ ਇਹ ਤੁਹਾਡੀ, ਹੁਣ ਇਹਦਾ ਮਤਲਬ ਹੈ ਕਿ ਜਿਸਮਾਨੀ ਬੰਦਗੀ ਆ। There is a bodily worship. ਕਈ ਵਾਰੀ ਅਸੀਂ ਚਰਚ ਵਿੱਚ ਬੈਠੇ ਹਾਂ, Sometimes we are sitting in the church, ਪਰ ਸਾਡੀ ਜਿਹੜੀ ਬੰਦਗੀ ਆ ਉਹ ਰੂਹਾਨੀ ਨਹੀਂ ਹੁੰਦੀ। but our worship is not spiritual. ਕਿਹੜੀ ਹੁੰਦੀ ਹੈ? ਜਿਸਮਾਨੀ It's ਹੈ। just ਆਏ ਹਾਂ, body. ਤਾਲੀ ਵਜਾਏ ਆ, ਗੀਤ ਗਾਏ ਹਾਂ, ਬਚਨ ਸੁਣਿਆ, ਇਧਰੋਂ ਸੁਣਿਆ ਤੇ ਇਧਰੋਂ। ਇਹ ਕੀ ਹੈ? ਇਹ ਕਿਹੜੀ ਬੰਦਗੀ ਹੈ? ਜਿਸਮਾਨੀ ਬੰਦਗੀ ਹੈ। ਪਰ ਪਰਮੇਸ਼ਰ ਚਾਹੁੰਦਾ ਹੈ ਰੂਹਾਨੀ ਬੰਦਗੀ, ਰੂਹ ਨਾਲ ਕੀਤੀ ਇਹ ਬੰਦਗੀ। God wants us to worship with the spirit, not with the body. ਹਾਂਜੀ ਅੱਗੇ ਅਤੇ ਇਸ ਯੁੱਗ ਦੇ ਰੂਪ ਜਿਹਾ ਨਾ ਬਣੋ। ਹੁਣ ਦੇਖੋ ਇੱਕ ਵਾਰਨਿੰਗ ਹੈ, ਪਰਮੇਸ਼ਰ ਵਾਰਨਿੰਗ ਦੇ ਰਿਹਾ, ਕਹਿੰਦਾ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਹੁਣ Don't copy the behavior and customs of this world. ਬੇਟਾ ਬਹੁਤ ਵਾਰੀ ਪ੍ਰਚਾਰ ਕਰਦਾ ਦੱਸਦਾ ਹੁੰਦਾ ਹੈ, ਕਹਿੰਦਾ ਸੀ ਇੱਕ ਫਿਲਮ ਆਈ ਸੀ ਦੇਸ਼ ਪ੍ਰਦੇਸ਼, ਉਹ ਕਹਿੰਦਾ ਜੈਸਾ ਦੇਸ਼ ਵੈਸਾ, ਪਰ ਇਹ ਸਾਡੇ ਲਈ ਨਹੀਂ ਹੈ। ਬਚਨ ਕਹਿੰਦਾ ਤੁਸੀਂ ਜਗਤ ਦੇ ਸਰੂਪ ਜਿਹੇ ਨਾ ਬਣੋ। ਅਸੀਂ ਵੱਖਰੇ ਕੀਤੇ ਹੋਏ ਲੋਕ ਹਾਂ। We have been separated, so do not be like this ਅਸੀਂ world. ਨਵੀਂ ਸ੍ਰਿਸ਼ਟ ਹਾਂ। We are a new creation. ਇਸ ਲਈ ਅਸੀਂ ਉਹਨਾਂ ਵਰਗੇ ਕੰਮ, ਜਗਤ ਵਰਗੇ ਕੰਮ ਨਹੀਂ ਕਰਨੇ। We cannot conform to this world. ਹਾਂਜੀ ਅੱਗੇ ਦੇ ਸਰੂਪ ਜਿਹਾ ਨਾ ਬਣੋ, ਸਗੋਂ ਆਪਣੇ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ। ਹਾਲੇਲੂਇਆ। ਆਪਣੇ ਬੁੱਧ ਦੇ ਨਵੇਂ ਹੋਣ ਕਰਕੇ। By the changing of your thinking. ਬੁੱਧ ਨਵੀਂ ਕਿਵੇਂ ਹੋਏਗੀ? How does that happen? ਬੁੱਧ ਤਾਂ ਬੁੱਧ ਹੈ ਨਾ ਸਾਡੇ। ਨਵੀਂ ਹੋਏਗੀ ਜਦੋਂ ਅਸੀਂ ਵਚਨਾਂ ਨੂੰ ਪੜਾਂਗੇ, When we read the word, ਜਦੋਂ ਅਸੀਂ ਚਰਚ ਆਵਾਂਗੇ, when we come to church, ਉੱਥੇ ਪਾਸਟਰ ਸਾਹਿਬ ਜੀ ਵਚਨ ਸੁਣਾਉਣਗੇ and pastor will tell us the word, ਤੇ ਸਾਡੀ ਬੁੱਧ ਨਵੀਂ ਹੋਵੇਗੀ। it will renew our ਤਾਂ mind. ਬੁੱਧ ਦੇ ਨਵੇਂ ਹੋਣ ਕਰਕੇ With the renewing of our mind, ਹਾਂਜੀ ਤਾਂ ਜੋ ਤੁਸੀਂ ਸਿਆਣ ਲਓ ਭਈ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਹਾਲੇਲੂਇਆ। ਅਸੀਂ ਆਪਣੀ ਇੱਛਾ ਦੱਸਦੇ ਹਾਂ, ਅਸੀਂ ਪ੍ਰੇਅਰ ਕਰਦੇ ਹਾਂ ਆਪਣੀ ਇੱਛਾ, ਪਰ ਵਚਨ ਕੀ ਕਹਿੰਦਾ ਹੈ? ਪਰਮੇਸ਼ਰ ਦੀ ਇੱਛਾ ਕੀ ਹੈ ਉਹ ਜਾਣਨੀ ਹੈ। when we pray, we talk about what we want, but God, the word says, think about what God wants. ਬੇਟਾ ਦੁਆਰਾ ਪੜਨਾ ਹੈ। ਤਾਂ ਜੋ ਤੁਸੀਂ ਸਿਆਣ ਲਓ ਤਾਂ ਜੋ ਤੁਸੀਂ ਸਿਆਣ ਲਵੋ, ਮਤਲਬ ਸਮਝ ਜਾਵੋ ਭਈ ਪਰਮੇਸ਼ਰ ਦੀ ਚੰਗੀ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਉਹਦੀ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਉਹਦੀ ਪੂਰੀ ਇੱਛਾ। ਕਦੀ ਪ੍ਰਾਰਥਨਾ ਕੀਤੀ ਪ੍ਰਭੂ ਜੀ ਤੇਰੀ ਇੱਛਾ ਕੀ ਹੈ? Do you pray, God, what is your will? ਅਸੀਂ ਕਦੇ ਵੀ ਨਹੀਂ ਕਰਦੇ। We don't ask that. ਅਸੀਂ ਆਪਣੀਆਂ ਪ੍ਰਾਰਥਨਾ ਦੇ ਵਿੱਚ ਆਪਣੀ ਲਿਸਟ ਦਿੰਦੇ ਆ ਪਰਮੇਸ਼ਰ ਨੂੰ। We have our own list of prayers. ਮੇਰਾ ਆਹ ਕੰਮ ਕਰਦੇ ਪ੍ਰਭੂ, ਮੇਰਾ ਆਹ ਕੰਮ ਹੋ ਜਾਏ, ਮੇਰੇ ਏਦਾਂ ਬੱਚੇ ਦਾ ਹੋ ਜਾਵੇ। ਅਸੀਂ ਕਦੇ ਨਹੀਂ ਪੁੱਛਦੇ ਪ੍ਰਭੂ ਤੇਰੀ ਇੱਛਾ ਕੀ ਹੈ? We tell Lord, Lord, please do this for me, but we don't ਜਦੋਂ ਅਸੀਂ ask. ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਕਰਾਂਗੇ, When we do it according to the will of God, ਸਾਨੂੰ ਸਫਲਤਾ ਮਿਲੇਗੀ। and it will perfect us, ਅਸੀਂ ਜਾਣਦੇ ਹਾਂ we know. ਜਦੋਂ ਪ੍ਰਭੂ ਯਿਸੂ ਮਸੀਹ ਲਾਸਟ ਟਾਈਮ ਗਤਸਮਨੀ ਵਿੱਚ ਪ੍ਰਾਰਥਨਾ ਕਰ ਰਹੇ ਸੀ, When Lord Jesus was praying in the Garden of Gethsemane, ਉਹ ਆਪਣੇ ਚੇਲਿਆਂ ਦੇ ਨਾਲ ਪ੍ਰਾਰਥਨਾ ਕਰਨ ਲਈ ਗਏ। he went with his disciples for ਪਰ prayer. ਇੱਕ ਬਹੁਤ ਧਿਆਨ ਨਾਲ ਪੜਨ ਵਾਲੀ ਉੱਥੇ ਗੱਲ ਹੈ, But there's a very beautiful thing. ਉਹਨੇ ਚੇਲਿਆਂ ਦੇ ਨਾਲ ਨਹੀਂ ਬੈਠ ਕੇ ਪ੍ਰਾਰਥਨਾ ਕੀਤੀ। He did not sit with his disciples and pray. ਥੋੜੇ ਅੱਗੇ ਜਾ ਕੇ ਡਿਸਟੈਂਸ ਤੇ ਪ੍ਰਾਰਥਨਾ ਕੀਤੀ। He went on a distance and started praying. ਔਰ ਕੀ ਪ੍ਰਾਰਥਨਾ ਕੀਤੀ? What did he pray? ਪਹਿਲਾਂ ਚੇਲਿਆਂ ਨੂੰ ਕਿਹਾ ਤੁਸੀਂ ਪ੍ਰਾਰਥਨਾ ਕਰੋ, He told his disciples to pray, ਤੇ ਅੱਗੇ ਜਾ ਕੇ ਪ੍ਰਾਰਥਨਾ ਕਰਕੇ ਕਹਿੰਦੇ ਹੇ ਪਿਤਾ, and he said, hey, Father, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾ ਪਰ ਕਹਿੰਦਾ ਮੇਰੀ ਮਰਜ਼ੀ ਨਹੀਂ, but not my will, ਤੇਰੀ ਮਰਜ਼ੀ ਪੂਰੀ ਹੋਵੇ। your will be fulfilled, Father. ਤੇ ਬਚਨ ਚ ਲਿਖਿਆ ਫਿਰ ਪ੍ਰਾਰਥਨਾ ਕਰਕੇ
ਵਾਪਸ ਆਇਆ ਤਾਂ ਚੇਲੇ ਸਾਡੇ ਵਰਗੇ ਸੀ ਸੁੱਤੇ ਹੋਏ ਸੀ। And then he went back to his disciples and they were praying. ਯਿਸੂ ਮਸੀਹ ਆ ਕੇ ਅੱਜ ਵੀ ਹਿਲਾਉਂਦਾ ਹੈ, Jesus comes today and shakes ਵਚਨ us, ਦੁਆਰਾ ਹਿਲਾਉਂਦਾ ਹੈ। shakes with the words. ਜਾਗੋ, He tells, wake up, ਜਾਗੋ ਤੇ ਪ੍ਰਾਰਥਨਾ ਕਰੋ wake up and pray, ਤਾਂ ਕਿ ਤੁਸੀਂ ਅਜਮਾਇਸ਼ 'ਚ ਨਾ ਫਸ ਜਾਵੋ। so you do not get into the temptation. ਅਗਰ ਅੱਜ ਸਾਡੇ ਅਜਮਾਇਸ਼ਾਂ ਹਨ And these are the temptations ਤੇ ਸਾਡੇ ਸੌਣ ਕਰਕੇ ਹਨ, ਅਸੀਂ ਰੂਹਾਨੀ ਤੌਰ ਤੇ ਸੌਂ ਗਏ। we are sleeping spiritually. ਇੱਕ ਜਿਸਮਾਨੀ ਤੌਰ ਤੇ ਤਾਂ ਅਸੀਂ ਸੌਣਾ ਹੈ, ਪਰਮੇਸ਼ਰ ਨੇ ਰਾਤ ਬਣਾਈ ਸਾਡੇ ਸੌਣ ਲਈ, The nights are made for bodily sleep. ਪਰ ਰੂਹਾਨੀ ਤੌਰ ਤੇ ਜਾਗਣਾ ਹੈ। We have to be awake spiritually. ਫਿਰ ਯਿਸੂ ਮਸੀਹ ਦੁਆਰਾ ਕੇ 3 ਵਾਰ ਪ੍ਰਾਰਥਨਾ ਕੀਤੀ And then Jesus prayed 3 times. ਔਰ ਬਚਨ 'ਚ ਲਿਖਿਆ ਹੈ ਜਦੋਂ ਪ੍ਰਾਰਥਨਾ ਕਰ ਰਿਹਾ ਸੀ And when he was praying, ਉਹਦਾ ਪਸੀਨਾ ਜਿਹੜਾ ਖੂਨ ਦੀਆਂ ਬੂੰਦਾਂ ਬਣ ਕੇ ਡਿੱਗ ਰਿਹਾ ਸੀ। and the sweat was falling down as the drops of blood, ਕਿੰਨੀ ਦਿਲੋਂ ਤਲਕੀਰ ਹੋ ਕੇ ਪ੍ਰਾਰਥਨਾ ਕਰਦਾ ਸੀ। how seriously he was praying. ਅਸੀਂ ਸਿੱਖਣਾ ਹੈ ਪ੍ਰਾਰਥਨਾ ਕਿਵੇਂ ਕਰਨੀ We ਹੈ। have to learn how to pray. ਔਰ ਤੀਸਰੀ ਵਾਰੀ ਚੇਲੇ ਫੇਰ ਸੁੱਤੇ And then he went to his disciples the third time, they were still sleeping. ਯਿਸੂ ਨੇ ਕਿਹਾ ਸਮਾਂ ਆ ਚੁੱਕਾ, ਹੁਣ ਤੁਸੀਂ ਸੁੱਤੇ ਰਹੋ। And Jesus said, the time has come, keep sleeping ਇਸੇ now. ਲਈ ਜਦੋਂ ਸਾਨੂੰ ਸਵੇਰੇ ਵੀ ਚਰਚ ਆਉਣਾ ਤਾਂ ਨੀਂਦ ਬੜੀ ਗਹਿਰੀ ਆਉਂਦੀ ਹੈ। And when we have to come to church, we feel so sleepy. ਸੁੱਤੇ ਰਹੋ, ਸੌਵੋ, ਆਨੰਦ ਕਰੋ, ਕਿਉਂਕਿ ਮੇਰਾ ਸਮਾਂ ਪੂਰਾ ਹੋ ਗਿਆ ਹੈ। And Jesus said, the time has come, ਅੱਗੇ ਪੜ੍ਹੋ keep ਥੋੜ੍ਹਾ ਜਿਹਾ। sleeping. ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਪਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸੇ ਨਾਲੋਂ ਵੱਧ ਨਾ ਸਮਝੇ। ਹਾਲੇਲੂਇਆ। ਪ੍ਰਭੂ ਦਾਸ ਲਿਖਦਾ ਹੈ, ਕਹਿੰਦਾ ਜਿੰਨੀ ਕਿਰਪਾ ਤੁਹਾਨੂੰ ਹੋਈ ਹੈ ਨਾ ਉਹ ਤੋਂ ਵੱਧ ਨਾ ਸਮਝੋ। And the word of God says that do not think yourself better than you really are. ਪਰ ਅੱਜ ਸਮਾਂ ਕਿਹੋ ਜਿਹਾ ਹੈ? What is the time today? ਅੱਜ ਜਿਹੜੇ ਸਾਡੇ ਚਰਵਾਹੇ ਹਨ, ਅਗੁਏ ਹਨ, ਉਹ ਜਿਹੜੇ ਲੋਕ ਹਨ ਉਹ ਆਪਣੇ ਆਪ ਨੂੰ ਬੜਾ ਸੁਪੀਰੀਅਰ ਸਮਝਦੇ ਹਨ। But people, the shepherds, are thinking that they are superior. ਯਿਸੂ ਨੇ ਕਿਹਾ ਮੈਂ ਤੁਹਾਡਾ ਭਰਾ ਹਾਂ, Jesus said, I am your brother. ਮੈਂ ਤੁਹਾਡਾ ਫਰੈਂਡ ਹਾਂ। I am your friend. ਪਰ ਅੱਜ ਕੱਲ ਸਮਾਂ ਬੜਾ ਭਿਆਨਕ ਚੱਲ ਰਿਹਾ ਹੈ। That this is a bad time we are in. ਦੇਖਣਾ ਹੈ, ਸਿੱਖਣਾ ਹੈ। We have to learn. ਹਾਲੇਲੂਇਆ। Hallelujah. ਇਸ ਲਈ ਬੁਰੀ ਸੰਗਤੀ ਤੋਂ ਬਚਣਾ ਹੈ। Stay away from bad company. ਹਾਂਜੀ, ਆਪਾਂ ਫਿਰ ਜ਼ਬੂਰ 'ਚ ਚੱਲਾਂਗੇ। Let's go back to Psalms ਪਹਿਲਾ ਜ਼ਬੂਰ chapter 1. इसलिए जो कुछ वह पुरुष करे वह सफल होता है। ਕਹਿੰਦਾ ਜਿਹੜਾ ਪੁਰਸ਼ ਪਰਮੇਸ਼ਰ ਤੋਂ ਡਰਦਾ ਹੈ, ਬੁਰੇ ਲੋਕਾਂ ਦੀ ਸੰਗਤੀ ਨਹੀਂ ਕਰਦਾ, ਮਖੌਲੀਆਂ ਦੀ ਝੁੰਡੀ 'ਚ ਨਹੀਂ ਬੈਠਦਾ, ਪਾਪੀਆਂ ਦੇ ਰਸਤੇ 'ਚ ਨਹੀਂ ਖੜਾ ਹੁੰਦਾ ਔਰ ਪਰਮੇਸ਼ਰ ਤੋਂ ਡਰਦਾ ਹੈ, ਉਹਦੀ ਬੰਦਗੀ ਭਗਤੀ ਕਰਦਾ ਹੈ ਤੇ ਉਹ ਜਿਹੜਾ ਵੀ ਕੰਮ ਕਰੇ ਉਹ ਸਫਲ ਹੁੰਦਾ। The word says they prosper in whatever they do. ਹਾਂਜੀ, यह उस वृक्ष के समान है। ਔਰ ਧਿਆਨ ਨਾਲ ਸੁਣਨਾ, ਬਚਨ ਕਹਿੰਦਾ ਉਹ ਇਨਸਾਨ ਉਸ ਬ੍ਰਿਸ਼ ਦੇ ਸਮਾਨ ਹੈ They're like the trees planted जो बहती नालियों के किनारे लगाया गया है। ਜਿਹੜਾ दरख्त बहती नालियों के किनारे लगाया गया है the trees planted along the river bank और अपनी ऋतु में फलता है। और अपनी ऋतु में ਜਦੋਂ मौसम होता है तो फल ਲਿਆਉਂਦਾ है। bearing fruit each season. और जिसके पत्ते कभी नहीं मुरझाते। हालेलुया। ਇਹ ਅਸੀਂ ਦੇਖਣਾ ਹੈ ਅਸੀਂ ਕਿਹੜਾ ਬ੍ਰਿਕਸ਼ ਬਣਨਾ ਹੈ, Which tree are we today? ਕਿਉਂਕਿ ਜੋ ਬਹਿਤੀ ਨਾਲੀਆਂ ਉਹਨੂੰ ਪਾਣੀ ਦੀ ਕਮੀ ਨਹੀਂ ਹੁੰਦੀ, The ones who are alongside the river bank do not lack water ਫਲ ਲਿਆਉਂਦਾ ਹੈ। and they bring fruits. ਅਗਰ ਅੱਜ ਵੀ ਮੁਸ਼ਕਲਾਂ ਸਾਡੇ ਜੀਵਨ 'ਚ ਖੜੀਆਂ ਹਨ ਤੇ ਸਾਨੂੰ ਗੌਰ ਕਰਨ ਦੀ ਲੋੜ ਹੈ। If there are still problems in our lives, we have to be careful. ਹਾਂਜੀ, ਅੱਗੇ इसलिए जो कुछ वह पुरुष करे वह सफल होता है। इसलिए जो कुछ भी वो पुरुष करेगा वो सफल होता So है। whatever they do, they will prosper in it.